ਔਰ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਉਹਨਾਂ ਨੇ ਮੈਨੂੰ ਸਟੈਪ ਬਾਈ ਸਟੈਪ ਆਪਦੇ ਨਾਲ ਤੁਰਨਾ ਸਿਖਾਇਆ ਹੈ। ਮੈਨੂੰ ਹਮੇਸ਼ਾ ਹੌਸਲਾ ਦਿੱਤਾ ਹੈ ਕਿ ਜੋ ਭਰਾ ਕਰ ਸਕਦੇ ਆ ਔਰਤਾਂ ਉਹਦੇ ਨਾਲੋਂ ਵੱਧ ਕਰ ਸਕਦੀਆਂ। ਜਦੋਂ ਟਿਕਟ ਮਿਲੀ ਸੀ ਬਾਈ ਮੈਨੂੰ, ਉਦੋਂ ਤੁਸੀਂ ਕਹਿੰਦੇ ਸੀ ਰਾਜਾ ਜੀ ਨੇ ਪਤਨੀਵਾਦ ਕਰਤਾ, ਉਦੋਂ ਫੇਰ ਤੁਸੀਂ ਤੰਜ ਕੱਸਿਆ ਸੀ। ਅੱਜ ਜੀ ਉਹ ਹਾਸੇ ਮਜ਼ਾਕ ਦੇ ਨਾਲ ਇਹ ਕਹਿ ਰਹੇ ਹੈ ਕਿ ਮੇਰੀ ਵਾਈਫ ਲੋਕਾਂ ਦੇ ਵਿੱਚ 6 ਵਜੇ ਤੋਂ ਲੈ ਕੇ 11 ਵਜੇ ਤੱਕ ਰਹਿੰਦੀ ਹੈ ਔਰ ਤਿਆਰ ਹੋ ਕੇ ਜਾਂਦੀ ਹੈ, ਤੇ ਬਾਈ ਤੁਸੀਂ ਇਹਨੂੰ ਕਹਿੰਦੇ ਔਰਤਾਂ ਦੀ ਬੇਇੱਜ਼ਤੀ ਹੋਗੀ। ਕਮਾਲ ਹੋਗੀ ਤੁਹਾਡੇ ਵਾਲੀ। ਤੁਸੀਂ ਕਹਿਣਾ ਤੁਹਾਨੂੰ ਦਿੱਕਤ ਕੀ ਹੈ, ਪ੍ਰੋਬਲਮ ਕੀ ਹੈ ਮੇਰੇ ਵੀਰ ਤੁਹਾਨੂੰ? ਮੈਂ ਲੋਕਾਂ ਦੇ ਵਿੱਚ ਜੇ ਅੱਜ ਵਿਚਰ ਰਹੀ ਹਾਂ ਔਰ ਅੱਜ ਜੋ ਕੁਝ ਵੀ ਹੈਗੀ ਹੈ that is because of ਮਿਸਟਰ ਰਾਜਾ ਵੜਿੰਗ। ਇਹਦੀ ਸ਼ੁਰੂਆਤ ਮਿਸਟਰ ਰਾਜਾ ਵੜਿੰਗ ਜੀ ਦੇ ਨਾਲ ਵਿਆਹ ਤੋਂ ਬਾਅਦ ਹੋਈ। ਮੈਂ ਕਦੀ ਪੋਲਿਟਿਕਸ ਵਿੱਚ ਪਹਿਲਾਂ ਨਹੀਂ ਸੀਗੀ। ਮੈਂ ਤੁਹਾਨੂੰ ਦੱਸਣਾ ਚਾਹਣੀ ਹਾਂ ਬੜੀ ਕਲੀਅਰਲੀ, ਪਲੀਜ਼ ਤੁਸੀਂ ਇਸ ਤਰ੍ਹਾਂ ਦੇ ਕੁਝੇ ਮਜ਼ਾਕ ਜਦੋਂ ਕਰਦੇ ਹੋ ਨਾ, ਔਰਤਾਂ ਬੜੀ ਚੰਗੀ ਤਰ੍ਹਾਂ ਸਮਝਦੀਆਂ। ਬੜੇ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਜਿਹੜੇ ਆਪਦੀਆਂ ਵਾਈਫਸ ਨੂੰ ਇਸ ਤਰ੍ਹਾਂ ਨਹੀਂ ਸਪੋਰਟ ਕਰਦੇ ਔਰ ਉਹ ਚਾਹੁੰਦੇ ਨਹੀਂ ਕਿ ਲੇਡੀਜ਼ ਅੱਗੇ ਆਉਣ। ਮੈਨੂੰ ਤਾਂ ਇਹ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਦੀ ਸੋਚ ਲਈ ਬੈਠੇ ਹੋ ਔਰ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਕਿ ਇੱਕ ਲੇਡੀ ਗਿੱਦੜਬਾਹਾ ਤੋਂ ਕੰਟੈਸਟ ਕਰ ਰਹੀ ਹੈ। ਤੁਸੀਂ ਵੱਖੋ ਵੱਖਰੇ ਕਦੀ ਪਤਨੀਵਾਦ ਕਹਿ ਕੇ ਰੋਕਣਾ ਚਾਹੁੰਦੇ ਹੋ, ਕਦੀ ਇਸ ਤਰ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਬੇਇੱਜ਼ਤ ਕਰਨਾ ਚਾਹੁੰਦੇ ਹੋ। ਪਰ ਬਾਈ ਜੀ ਆ ਮੇਰੀ ਹੱਥ ਬੰਨ ਕੇ ਬੇਨਤੀ ਹੈ, ਤੁਸੀਂ ਵੱਡੇ ਭਰਾ ਹੋ, ਤੁਸੀਂ ਚੰਗੇ ਨਹੀਂ ਲੱਗਦੇ ਇਸ ਤਰ੍ਹਾਂ ਦੇ ਮਜ਼ਾਕ ਕਰਦੇ। ਤੁਹਾਨੂੰ ਭਾਜਪਾ ਨੇ ਇੱਕ ਰੁਤਬਾ ਦਿੱਤਾ ਹੈ, ਕਾਂਗਰਸ ਪਾਰਟੀ ਨੇ ਬੜੀ ਵਾਰੀ ਟਿਕਟ ਦੇ ਕੇ ਨਵਾਜ਼ਿਆ ਔਰ ਇਹ ਇਸ ਤਰ੍ਹਾਂ ਦਾ ਰਵੱਈਆ, ਇਸ ਤਰ੍ਹਾਂ ਦੇ ਬਿਆਨ ਲੋਕ ਤੁਹਾਡੇ ਤੋਂ ਉਮੀਦ ਨਹੀਂ ਰੱਖਦੇ, ਐਕਸਪੈਕਟ ਨਹੀਂ ਕਰਦੇ। ਕਿਰਪਾ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਟਲਿਆ ਕਰੋ, ਨਾ ਕਰਿਆ ਕਰੋ। ਇਸ ਤਰ੍ਹਾਂ ਦਾ ਬਿਆਨ ਤੁਹਾਡੀ ਕੁਝ ਹੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਔਰ ਮੈਂ ਤਾਂ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੂੰ ਔਰ ਗ੍ਰਹਿ ਮੰਤਰੀ ਜੀ ਨੂੰ ਚਿੱਠੀ ਲਿਖਣਾ ਚਾਹਾਂਗੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਇਨਸਾਨ ਨੂੰ ਤੁਸੀਂ ਮੰਤਰੀ ਬਣਾਇਆ ਹੈ ਔਰ ਇੱਕ ਪਾਸੇ ਤੁਸੀਂ 33% ਰਿਜ਼ਰਵੇਸ਼ਨ ਦੀਆਂ ਗੱਲਾਂ ਕਰਦੇ ਹੋ। ਤੁਸੀਂ ਕਰ ਕੀ ਰਹੇ ਹੋ? ਇਸ ਤਰ੍ਹਾਂ ਦੇ ਬੰਦੇ ਨੂੰ ਐਡੇ ਵੱਡੇ ਅਹੁਦੇ ਤੇ ਹੋਣਾ ਹੀ ਨਹੀਂ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਕੈਂਪੇਨ ਦੇ ਵਿੱਚ ਹੁਮ-ਹੁਮਾ ਕੇ ਪਹੁੰਚ ਰਹੇ ਹੋ, ਬੜਾ ਸਾਥ ਦੇ ਰਹੇ ਹੋ। ਮੈਂ ਕਦੀ ਵੀ ਕਿਸੇ ਸਿਆਸੀ ਬਿਆਨ ਦਾ ਜਵਾਬ ਦੇਣਾ ਜ਼ਿੰਦਗੀ 'ਚ ਕਦੀ ਠੀਕ ਨਹੀਂ ਸਮਝਿਆ, ਪਰ ਮੇਰੇ ਨਾ ਬਿੱਟੂ ਵੀਰ ਜੀ ਦਾ ਇੱਕ ਬਿਆਨ ਆਇਆ ਹੈ ਕੱਲ, ਜਿਹਦੇ ਵਿੱਚ ਉਹਨਾਂ ਨੇ ਰਾਜਾ ਜੀ ਦੀ ਮਾਨਸਿਕਤਾ ਤੇ ਕੁਐਸਚਨ ਰੇਜ਼ ਕੀਤਾ ਹੈ, ਤਾਂ ਮੈਂ ਆਪਦੇ ਵੀਰ ਨੂੰ ਉਹਦਾ ਜਵਾਬ ਦੇਣਾ ਜ਼ਰੂਰ ਚਾਹੂੰਗੀ। ਬਿੱਟੂ ਵੀਰ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਗੱਲਬਾਤ ਰਾਜਾ ਜੀ ਨੇ ਕੀਤੀ ਲੋਕਾਂ ਦੇ ਨਾਲ, ਇਸ ਤਰ੍ਹਾਂ ਦੀ ਗੱਲਬਾਤ ਉਹ ਅਕਸਰ ਕਰਦੇ ਰਹਿੰਦੇ ਔਰ ਮੈਂ ਵੀ ਕਰਦੀ ਰਹਿੰਦੀ ਹਾਂ। ਸਾਡੇ ਪਰਿਵਾਰ ਦਾ ਇੱਕ ਤਰੀਕਾ ਹੈ ਕਿ ਅਸੀਂ ਕਦੀ ਪੜ੍ਹ ਕੇ ਸਪੀਚ ਨਹੀਂ ਬੋਲਦੇ। ਜੋ ਦਿਲ ਦੀ ਗੱਲ ਹੁੰਦੀ ਹੈ ਨਾ, ਉਹ ਲੋਕਾਂ ਦੇ ਨਾਲ ਸਾਂਝੀ ਕਰੀਦੀ ਔਰ ਬੜੇ ਪਿਆਰ ਨਾਲ ਕਰੀਦੀ ਹੈ ਔਰ ਲੋਕ ਉਸ ਚੀਜ਼ ਨੂੰ ਸਮਝਦੇ ਹੈ ਕਿ ਇਹ ਕਿਸ ਰਵੱਈਏ ਦੇ ਨਾਲ ਔਰ ਕਿਸ ਲਹਿਜੇ ਦੇ ਨਾਲ ਗੱਲ ਕੀਤੀ ਜਾ ਰਹੀ ਹੈ। ਹੱਸਣਾ ਖੇਡਣਾ ਮਨ ਕਾ ਚਾਓ, ਹਾਸਾ ਮਜ਼ਾਕ ਸਾਡੀਆਂ ਸਪੀਚਸ ਦਾ ਇੱਕ ਬੜਾ ਮੇਜਰ ਹਿੱਸਾ ਹੈ। ਉਹ ਜਿਹੜੀ ਰਾਜਾ ਜੀ ਗੱਲ ਕਨਵੇ ਕਰਨਾ ਚਾਹ ਰਹੇ ਸੀ ਕਿ ਸਵੇਰ 6 ਵਜੇ ਤੋਂ ਲੈ ਕੇ ਅੰਮ੍ਰਿਤਾ 11 ਵਜੇ ਤੱਕ ਲੋਕਾਂ ਦੇ ਵਿੱਚ ਹਾਜ਼ਰ ਰਹਿੰਦੀ ਹੈ, ਇਹ ਗੱਲ ਕਨਵੇ ਕਰਨਾ ਚਾਹ ਰਹੇ ਸੀ ਹਾਸੇ ਮਜ਼ਾਕ ਦੇ ਨਾਲ। ਲੋਕਾਂ ਨੂੰ ਉਹ ਗੱਲ ਸਮਝ ਆ ਗਈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਹਾਨੂੰ ਭਾਜਪਾ ਨੇ ਬਿਨਾਂ ਜਿੱਤਿਆਂ ਮੰਤਰੀ ਬਣਾਤਾ, ਬੜਾ ਵੱਡਾ ਪਦ ਦੇਤਾ, ਪਰ ਤੁਹਾਨੂੰ ਇਹ ਨਿੱਕੀ ਜੀ ਗੱਲ ਸਮਝ ਨਹੀਂ ਆਈ ਜੋ ਰਾਜਾ ਕਨਵੇ ਕਰਨਾ ਚਾਹ ਰਹੇ ਸੀ। ਪਰ ਤੁਸੀਂ ਉਸ ਚੀਜ਼ ਨੂੰ ਤੋੜ ਮਰੋੜ ਕੇ ਔਰਤਾਂ ਦੇ ਇਨਸਲਟ ਵੱਲ ਪਾਸੇ ਲੈ ਗਏ। ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਬਾਈ, ਗੱਲ ਸੁਣੋ ਮੇਰੀ। ਅੱਜ ਮੈਨੂੰ ਪਬਲਿਕ ਲਾਈਫ ਦੇ ਵਿੱਚ ਵਿਚਰਦੀ ਨੂੰ ਇੱਕ ਉਮਰ ਬੀਤ ਗਈ। ਅੱਜ 13 ਸਾਲ ਹੋ ਗਏ ਰਾਜਾ ਜੀ ਨੂੰ ਗਿੱਦੜਬਾਹਾ ਤੋਂ ਇਲੈਕਸ਼ਨ ਜਿੱਤਿਆ। ਜਨਵਰੀ 'ਚ 13 ਸਾਲ ਹੋ ਜਾਣਗੇ ਤੇ 13 ਸਾਲ ਹੋ ਗਏ ਮੈਨੂੰ ਗਿੱਦੜਬਾਹਾ ਦੇ ਵਿੱਚ ਪਬਲਿਕਲੀ ਵਿਚਰਦਿਆਂ। ਮੈਂ ਜ਼ਿੰਦਗੀ 'ਚ ਜੇ ਆਸਰਾ ਫਾਊਂਡੇਸ਼ਨ ਚਲਾਉਣੀ ਹੈ, ਮੈਨੂੰ ਉਹਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਤਾਂ ਹਮੇਸ਼ਾ ਰਾਜਾ ਜੀ ਨੇ ਉਹਦੀ ਸਪੋਰਟ ਕੀਤੀ ਹੈ ਔਰ ਉਹਦੀ ਕਾਮਯਾਬੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਜੇ ਮੈਂ ਅੱਜ ਗਿੱਦੜਬਾਹਾ ਦੇ ਵਿੱਚ ਕੰਟੈਸਟ ਕਰ ਰਹੀ ਹਾਂ ਤਾਂ ਔਰ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਉਹਨਾਂ ਨੇ ਮੈਨੂੰ ਸਟੈਪ ਬਾਈ ਸਟੈਪ ਆਪਦੇ ਨਾਲ ਤੁਰਨਾ ਸਿਖਾਇਆ ਹੈ। ਮੈਨੂੰ ਹਮੇਸ਼ਾ ਹੌਸਲਾ ਦਿੱਤਾ ਹੈ ਕਿ ਜੋ ਭਰਾ ਕਰ ਸਕਦੇ ਆ ਔਰਤਾਂ ਉਹਦੇ ਨਾਲੋਂ ਵੱਧ ਕਰ ਸਕਦੀਆਂ। ਜਦੋਂ ਟਿਕਟ ਮਿਲੀ ਸੀ ਬਾਈ ਮੈਨੂੰ, ਉਦੋਂ ਤੁਸੀਂ ਕਹਿੰਦੇ ਸੀ ਰਾਜਾ ਜੀ ਨੇ ਪਤਨੀਵਾਦ ਕਰਤਾ, ਉਦੋਂ ਫੇਰ ਤੁਸੀਂ ਤੰਜ ਕੱਸਿਆ ਸੀ। ਅੱਜ ਜੀ ਉਹ ਹਾਸੇ ਮਜ਼ਾਕ ਦੇ ਨਾਲ ਇਹ ਕਹਿ ਰਹੇ ਹੈ ਕਿ ਮੇਰੀ ਵਾਈਫ ਲੋਕਾਂ ਦੇ ਵਿੱਚ 6 ਵਜੇ ਤੋਂ ਲੈ ਕੇ 11 ਵਜੇ ਤੱਕ ਰਹਿੰਦੀ ਹੈ ਔਰ ਤਿਆਰ ਹੋ ਕੇ ਜਾਂਦੀ ਹੈ, ਤੇ ਬਾਈ ਤੁਸੀਂ ਇਹਨੂੰ ਕਹਿੰਦੇ ਔਰਤਾਂ ਦੀ ਬੇਇੱਜ਼ਤੀ ਹੋਗੀ। ਕਮਾਲ ਹੋਗੀ ਤੁਹਾਡੇ ਵਾਲੀ। ਤੁਸੀਂ ਕਹਿਣਾ ਤੁਹਾਨੂੰ ਦਿੱਕਤ ਕੀ ਹੈ, ਪ੍ਰੋਬਲਮ ਕੀ ਹੈ ਮੇਰੇ ਵੀਰ ਤੁਹਾਨੂੰ? ਮੈਂ ਲੋਕਾਂ ਦੇ ਵਿੱਚ ਜੇ ਅੱਜ ਵਿਚਰ ਰਹੀ ਹਾਂ ਔਰ ਅੱਜ ਜੋ ਕੁਝ ਵੀ ਹੈਗੀ ਹੈ that is because of ਮਿਸਟਰ ਰਾਜਾ ਵੜਿੰਗ। ਇਹਦੀ ਸ਼ੁਰੂਆਤ ਮਿਸਟਰ ਰਾਜਾ ਵੜਿੰਗ ਜੀ ਦੇ ਨਾਲ ਵਿਆਹ ਤੋਂ ਬਾਅਦ ਹੋਈ। ਮੈਂ ਕਦੀ ਪੋਲਿਟਿਕਸ ਵਿੱਚ ਪਹਿਲਾਂ ਨਹੀਂ ਸੀਗੀ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਬੜੀ ਕਲੀਅਰਲੀ, ਪਲੀਜ਼ ਤੁਸੀਂ ਇਸ ਤਰ੍ਹਾਂ ਦੇ ਕੁਝੇ ਮਜ਼ਾਕ ਜਦੋਂ ਕਰਦੇ ਹੋ ਨਾ, ਔਰਤਾਂ ਬੜੀ ਚੰਗੀ ਤਰ੍ਹਾਂ ਸਮਝਦੀਆਂ। ਬੜੇ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਜਿਹੜੇ ਆਪਦੀਆਂ ਵਾਈਫਸ ਨੂੰ ਇਸ ਤਰ੍ਹਾਂ ਨਹੀਂ ਸਪੋਰਟ ਕਰਦੇ ਔਰ ਉਹ ਚਾਹੁੰਦੇ ਨਹੀਂ ਕਿ ਲੇਡੀਜ਼ ਅੱਗੇ ਆਉਣ। ਮੈਨੂੰ ਤਾਂ ਇਹ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਦੀ ਸੋਚ ਲਈ ਬੈਠੇ ਹੋ ਔਰ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਕਿ ਇੱਕ ਲੇਡੀ ਗਿੱਦੜਬਾਹਾ ਤੋਂ ਕੰਟੈਸਟ ਕਰ ਰਹੀ ਹੈ। ਤੁਸੀਂ ਵੱਖੋ ਵੱਖਰੇ ਕਦੀ ਪਤਨੀਵਾਦ ਕਹਿ ਕੇ ਰੋਕਣਾ ਚਾਹੁੰਦੇ ਹੋ, ਕਦੀ ਇਸ ਤਰ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਬੇਇੱਜ਼ਤ ਕਰਨਾ ਚਾਹੁੰਦੇ ਹੋ। ਪਰ ਬਾਈ ਜੀ ਆ ਮੇਰੀ ਹੱਥ ਬੰਨ ਕੇ ਬੇਨਤੀ ਹੈ, ਤੁਸੀਂ ਵੱਡੇ ਭਰਾ ਹੋ, ਤੁਸੀਂ ਚੰਗੇ ਨਹੀਂ ਲੱਗਦੇ ਇਸ ਤਰ੍ਹਾਂ ਦੇ ਮਜ਼ਾਕ ਕਰਦੇ। ਤੁਹਾਨੂੰ ਭਾਜਪਾ ਨੇ ਇੱਕ ਰੁਤਬਾ ਦਿੱਤਾ ਹੈ, ਕਾਂਗਰਸ ਪਾਰਟੀ ਨੇ ਬੜੀ ਵਾਰੀ ਟਿਕਟ ਦੇ ਕੇ ਨਵਾਜ਼ਿਆ ਔਰ ਇਹ ਇਸ ਤਰ੍ਹਾਂ ਦਾ ਰਵੱਈਆ,
ਇਸ ਤਰ੍ਹਾਂ ਦੇ ਬਿਆਨ ਲੋਕ ਤੁਹਾਡੇ ਤੋਂ ਉਮੀਦ ਨਹੀਂ ਰੱਖਦੇ, ਐਕਸਪੈਕਟ ਨਹੀਂ ਕਰਦੇ। ਕਿਰਪਾ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਟਲਿਆ ਕਰੋ, ਨਾ ਕਰਿਆ ਕਰੋ। ਇਸ ਤਰ੍ਹਾਂ ਦਾ ਬਿਆਨ ਤੁਹਾਡੀ ਕੋਝੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਔਰ ਮੈਂ ਤਾਂ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨੂੰ ਔਰ ਗ੍ਰਹਿ ਮੰਤਰੀ ਜੀ ਨੂੰ ਚਿੱਠੀ ਲਿਖਣਾ ਚਾਹਾਂਗੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਇਨਸਾਨ ਨੂੰ ਤੁਸੀਂ ਮੰਤਰੀ ਬਣਾਇਆ ਹੈ ਔਰ ਇੱਕ ਪਾਸੇ ਤੁਸੀਂ 33% ਰਿਜ਼ਰਵੇਸ਼ਨ ਦੀਆਂ ਗੱਲਾਂ ਕਰਦੇ ਹੋ। ਤੁਸੀਂ ਕਰ ਕੀ ਰਹੇ ਹੋ? ਇਸ ਤਰ੍ਹਾਂ ਦੇ ਬੰਦੇ ਨੂੰ ਐਡੇ ਵੱਡੇ ਅਹੁਦੇ ਤੇ ਹੋਣਾ ਹੀ ਨਹੀਂ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਕੈਂਪੇਨ ਦੇ ਵਿੱਚ ਹੁਮਾ ਕੇ ਪਹੁੰਚ ਰਹੇ ਹੋ, ਬੜਾ ਸਾਥ ਦੇ ਰਹੇ ਹੋ। ਮੈਂ ਕਦੀ ਵੀ ਕਿਸੇ ਸਿਆਸੀ ਬਿਆਨ ਦਾ ਜਵਾਬ ਦੇਣਾ ਜ਼ਿੰਦਗੀ 'ਚ ਕਦੀ ਠੀਕ ਨਹੀਂ ਸਮਝਿਆ, ਪਰ ਮੇਰੇ ਨਾ ਬਿੱਟੂ ਵੀਰ ਜੀ ਦਾ ਇੱਕ ਬਿਆਨ ਆਇਆ ਹੈ ਕੱਲ, ਜਿਹਦੇ ਵਿੱਚ ਉਹਨਾਂ ਨੇ ਰਾਜਾ ਜੀ ਦੀ ਮਾਨਸਿਕਤਾ ਤੇ ਕੁਐਸਚਨ ਰੇਜ਼ ਕੀਤਾ ਹੈ। ਤਾਂ ਮੈਂ ਆਪਦੇ ਵੀਰ ਨੂੰ ਉਹਦਾ ਜਵਾਬ ਦੇਣਾ ਜ਼ਰੂਰ ਚਾਹੂੰਗੀ। ਬਿੱਟੂ ਵੀਰ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਗੱਲਬਾਤ ਰਾਜਾ ਜੀ ਨੇ ਕੀਤੀ ਲੋਕਾਂ ਦੇ ਨਾਲ, ਇਸ ਤਰ੍ਹਾਂ ਦੀ ਗੱਲਬਾਤ ਉਹ ਅਕਸਰ ਕਰਦੇ ਰਹਿੰਦੇ ਔਰ ਮੈਂ ਵੀ ਕਰਦੀ ਰਹਿੰਦੀ ਹਾਂ। ਸਾਡੇ ਪਰਿਵਾਰ ਦਾ ਇੱਕ ਤਰੀਕਾ ਹੈ ਕਿ ਅਸੀਂ ਕਦੀ ਪੜ੍ਹ ਕੇ ਸਪੀਚ ਨਹੀਂ ਬੋਲਦੇ। ਜੋ ਦਿਲ ਦੀ ਗੱਲ ਹੁੰਦੀ ਹੈ ਨਾ, ਉਹ ਲੋਕਾਂ ਦੇ ਨਾਲ ਸਾਂਝੀ ਕਰੀਦੀ ਔਰ ਬੜੇ ਪਿਆਰ ਨਾਲ ਕਰੀਦੀ ਹੈ ਔਰ ਲੋਕ ਉਸ ਚੀਜ਼ ਨੂੰ ਸਮਝਦੇ ਹੈ ਕਿ ਇਹ ਕਿਸ ਰਵੱਈਏ ਦੇ ਨਾਲ ਔਰ ਕਿਸ ਲਹਿਜੇ ਦੇ ਨਾਲ ਗੱਲ ਕੀਤੀ ਜਾ ਰਹੀ ਹੈ। ਹੱਸਣਾ ਖੇਡਣਾ ਮਨ ਕਾ ਚਾਓ, ਹਾਸਾ ਮਜ਼ਾਕ ਸਾਡੀਆਂ ਸਪੀਚਸ ਦਾ ਇੱਕ ਬੜਾ ਮੇਜਰ ਹਿੱਸਾ ਹੈ। ਉਹ ਜਿਹੜੀ ਰਾਜਾ ਜੀ ਗੱਲ ਕਨਵੇ ਕਰਨਾ ਚਾਹ ਰਹੇ ਸੀ ਕਿ ਸਵੇਰ 6 ਵਜੇ ਤੋਂ ਲੈ ਕੇ ਅੰਮ੍ਰਿਤਾ 11 ਵਜੇ ਤੱਕ ਲੋਕਾਂ ਦੇ ਵਿੱਚ ਹਾਜ਼ਰ ਰਹਿੰਦੀ ਹੈ, ਇਹ ਗੱਲ ਕਨਵੇ ਕਰਨਾ ਚਾਹ ਰਹੇ ਸੀ ਹਾਸੇ ਮਜ਼ਾਕ ਦੇ ਨਾਲ। ਲੋਕਾਂ ਨੂੰ ਉਹ ਗੱਲ ਸਮਝ ਆ ਗਈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਹਾਨੂੰ ਭਾਜਪਾ ਨੇ ਬਿਨਾਂ ਜਿੱਤਿਆਂ ਮੰਤਰੀ ਬਣਾਤਾ, ਬੜਾ ਵੱਡਾ ਪਦ ਦੇਤਾ, ਪਰ ਤੁਹਾਨੂੰ ਇਹ ਨਿੱਕੀ ਜੀ ਗੱਲ ਸਮਝ ਨਹੀਂ ਆਈ ਜੋ ਰਾਜਾ ਕਨਵੇ ਕਰਨਾ ਚਾਹ ਰਹੇ ਸੀ। ਪਰ ਤੁਸੀਂ ਉਸ ਚੀਜ਼ ਨੂੰ ਤੋੜ ਮਰੋੜ ਕੇ ਔਰਤਾਂ ਦੇ ਇਨਸਲਟ ਵੱਲ ਪਾਸੇ ਲੈ ਗਏ। ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਬਾਈ, ਗੱਲ ਸੁਣੋ ਮੇਰੀ। ਅੱਜ ਮੈਨੂੰ ਪਬਲਿਕ ਲਾਈਫ ਦੇ ਵਿੱਚ ਵਿਚਰਦੀ ਨੂੰ ਇੱਕ ਉਮਰ ਬੀਤ ਗਈ। ਅੱਜ 13 ਸਾਲ ਹੋ ਗਏ ਰਾਜਾ ਜੀ ਨੂੰ ਗਿੱਦੜਬਾਹਾ ਤੋਂ ਇਲੈਕਸ਼ਨ ਜਿੱਤਿਆ। ਜਨਵਰੀ 'ਚ 13 ਸਾਲ ਹੋ ਜਾਣਗੇ ਤੇ 13 ਸਾਲ ਹੋ ਗਏ ਮੈਨੂੰ ਗਿੱਦੜਬਾਹਾ ਦੇ ਵਿੱਚ ਪਬਲਿਕਲੀ ਵਿਚਰਦਿਆਂ। ਮੈਂ ਜ਼ਿੰਦਗੀ 'ਚ ਜੇ ਆਸਰਾ ਫਾਊਂਡੇਸ਼ਨ ਚਲਾਉਣੀ ਹੈ, ਮੈਨੂੰ ਉਹਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਹਮੇਸ਼ਾ ਰਾਜਾ ਜੀ ਨੇ ਉਹਦੀ ਸਪੋਰਟ ਕੀਤੀ।